आदमी पार्टी के लुधियाना तो राज सभा मैंबर संजीव अरोड़ा होए उगे उद्योगपतियों के रूबरू। उद्योगपतियों ने दसिया राज सभा मैंबर नूं अपनी समस्यावां। ਤੁਹਾਨੂੰ ਦੱਸਦੇ ਹੈ कि अपैक्स चैंबर ऑफ कॉमर्स एंड इंडस्ट्री पंजाब ਵੱਲੋਂ एक ਵੱਡਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਉਦਯੋਗਪਤੀਆਂ ਨਾਲ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨਾਲ ਇੱਕ ਇੰਟਰੈਕਸ਼ਨ ਮੀਟ ਰੱਖੀ ਗਈ ਜਿਸ ਦੀ ਅਧਿਕਸ਼ਤਾ ਰਜਨੀਸ਼ आहूजा ने की ਅਤੇ ਕਨਵੀਨਰ ਰਾਹੁਲ आहूजा ने इस इंटरैक्शन मीटिंग ਨੂੰ बड़े ही सुचज्जे ढंग ਨਾਲ स्टेज ਤੋਂ ਚਲਾਇਆ। इस मौके आए हुए उद्योगपतियों ने ਆਪਣੀਆਂ ਸਮੱਸਿਆਵਾਂ ਨੂੰ ਸੰਜੀਵ ਅਰੋੜਾ ਦੇ ਸਾਹਮਣੇ ਰੱਖਦੇ ਹੋਏ ਕਿਹਾ ਕਿ ਸਾਡੀਆਂ ਸਮੱਸਿਆਵਾਂ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹੱਲ ਕਰਵਾਇਆ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਇਹਨਾਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਸੀ ਪਰ ਸਾਨੂੰ ਵਾਅਦਿਆਂ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਹੋਇਆ। ਲੁਧਿਆਣਾ ਤੋਂ ਕੈਮਰਾਮੈਨ ਵਿਕਾਸ ਦੇ ਨਾਲ ਰਾਜੇਸ਼ ਮਹਿਰਾ ਦੀ ਖਾਸ ਰਿਪੋਰਟ ਸਿਟੀ ਹੋਮ ਨਿਊਜ਼। ਉਹ 31/7 तक दे गया। ਸੈਕਿੰਡ ਸਰ ਮੇਰਾ ਪੁਆਇੰਟ ਹੈ ਯੂਯੂਈ ਚਾਰजेस ਦਾ ਅਨਆਥੋਰਾਈਜ਼ਡ ਯੂਜ਼ ਆਫ ਇਲੈਕਟ੍ਰਿਸਿਟੀ। ਲੁਧਿਆਣੇ ਦੇ ਵਿੱਚ ਮਲਟੀਪਲ ਇੰਡਸਟਰੀ ਹੈ ਜਿੱਥੇ ਹੀਟ ਟ੍ਰੀਟਮੈਂਟ ਔਰ ਇਲੈਕਟ੍ਰੋਪਲੇਟਿੰਗ ਇੰਡਸਟਰੀ ਹੈ। ਉਸ ਇੰਡਸਟਰੀ ਨੂੰ ਪਾਵਰ ਇੰਟੈਂਸਿਵ ਇੰਡਸਟਰੀ ਹੈ। ਜਦੋਂ ਕੋਈ ਐਮਐਮਟੀਐਸ ਔਰ ਫਲਾਈਂਗ ਸਕੁਐਡ ਰੇਡ ਕਰਦਾ ਕਿਸੇ ਫੈਕਟਰੀ ਤੇ ਅਗਰ ਉਹਨਾਂ ਦਾ ਪੋਰਸ਼ਨ ਜਿਹੜਾ ਉਹ ਕੁਝ ਇਲੈਕਟ੍ਰੋਪਲੇਟਿੰਗ ਇੰਡਸਟਰੀ ਫੜੀ ਜਾਂਦੀ ਹੈ ਤਾਂ ਉਹਨਾਂ ਨੂੰ ਪਿਛਲੇ 3 ਸਾਲ ਦਾ ਡਬਲ ਟੈਰਿਫ ਲਗਾ ਕੇ ਉਹਨਾਂ ਨੂੰ ਪੈਨਲਟੀ ਪਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸੈਕੰਡ ਨੋਟਿਸ ਤੋਂ ਬਾਅਦ ਕਨੈਕਸ਼ਨ ਕੱਟ ਦਿੱਤਾ ਜਾਂਦਾ। ਇੱਕ ਮੈਂ ਐਗਜ਼ਾਮਪਲ ਦੇਣ ਲੱਗਿਆ ਫੈਕਟਰੀ ਦੇ ਵਿੱਚ ਜਿੱਥੇ 800 ਕਿਲੋਵਾਟ ਦਾ ਕਨੈਕਸ਼ਨ ਸੀ ਸਿਰਫ 70 ਕਿਲੋਵਾਟ ਕਨੈਕਸ਼ਨ ਸੀਗਾ ਇਹਦਾ ਇਲੈਕਟ੍ਰੋਪਲੇਟਿੰਗ ਦਾ, ਉਹਨੂੰ 42 ਲੱਖ ਰੁਪਈਆ ਪਾਤਾ। ਸਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਜਿਹੜਾ ਟੈਰਿਫ ਡਿਫਰੈਂਸ ਲੈ ਲਓ ਪਰ ਮਲਟੀਪਲਾਇਰ ਫੈਕਟਰ 3 ਦੇ ਨਾਲ ਪਿਛਲੇ 3 ਸਾਲ ਦਾ ਟੈਰਿਫ ਜਿਹੜਾ ਲੈਣਾ ਉਹ ਬਹੁਤ ਇੰਡਸਟਰੀ ਦੇ ਨਾਲ ਧੱਕਾ ਵਾ। ਉਹਦੇ ਵਿੱਚ ਇੱਕ ਛੋਟੇ ਯੂਨਿਟਾਂ ਨੂੰ ਮੈਂ ਤੁਹਾਨੂੰ ਤਕਰੀਬਨ 85 ਕਰੋੜ ਰੁਪਈਆ ਬਿਜਲੀ ਬੋਰਡ ਨੇ ਇੰਡਸਟਰੀ ਦੇ ਉੱਤੇ ਪਾਵਰ ਇੰਟੈਂਸਿਵ ਦਾ ਪਾਇਆ ਵਾ ਤੇ ਉਹਨੂੰ ਥੈਫਟ ਆਫ ਪਾਵਰ ਕਹਿ ਰਹੇ ਆ। ਸਰ ਮੇਰਾ ਸੈਕੰਡ ਪੁਆਇੰਟ ਆ ਰੀਸੈਂਟਲੀ 4-5 ਕੇਸ ਆਏ ਮੇਰੇ ਕੋਲ ਲਾਸਟ ਵੀਕ। ਬਿਜਲੀ ਬੋਰਡ ਨੇ ਅੱਗੇ ਜਿਹੜੇ ਫੈਕਟਰੀਆਂ ਦੇ ਬਾਹਰ ਔਰ ਘਰਾਂ ਦੇ ਬਾਹਰ ਮੀਟਰ ਲਗਾਤੇ ਸੀ ਜਿਹੜੇ ਕਿ 20 ਤੋਂ ਲੈ ਕੇ 30 ਫੁੱਟ ਤੱਕ ਘਰ ਤੋਂ ਦੂਰ ਆ ਪਰ ਕਈ ਜਗ੍ਹਾ 100 ਫੁੱਟ ਵੀ ਦੂਰ ਆ। ਰੀਸੈਂਟਲੀ ਇਹ ਹੋਇਆ ਕਿ ਉਹਨਾਂ ਮੀਟਰਸ ਦੇ ਵਿੱਚ ਜਦੋਂ ਮੀਟਰ ਸੜਿਆ ਤਾਂ ਉਸ ਤੋਂ ਬਾਅਦ ਲੈਬੋਰਟਰੀ 'ਚ ਗਿਆ ਉਹਨੂੰ ਟੈਂਪਰਡ ਦਾ ਕੇਸ ਬਣਾ ਕੇ ਉਸ ਇੰਡਸਟਰੀਲਿਸਟ ਦੇ ਉੱਤੇ ਥੈਫਟ ਦਾ ਕੇਸ ਰਜਿਸਟਰ ਕਰਤਾ। ਕੱਲ ਵੀ 2 ਇੰਡਸਟਰੀਲਿਸਟਾਂ ਦੇ ਉੱਤੇ ਥੈਫਟ ਦਾ ਕੇਸ ਰਜਿਸਟਰ। ਸਰ ਆਊਟਸਾਈਡ ਦੀ ਪ੍ਰੈਮਿਸਿਸ ਸਾਡਾ ਕੀ ਸਾਨੂੰ ਪਤਾ ਕਿ ਉਸ ਜਿਹੜਾ ਪਾਵਰ ਦਾ ਲੱਗਿਆ ਹੋਇਆ ਖੰਭਾ ਜਿਸ ਦੇ ਉੱਤੇ ਮੀਟਰ ਇੰਸਟਾਲਡ ਆ ਉਹਦੇ ਨਾਲ ਕਿਹਨੇ ਛੇੜਛਾੜ ਕੀਤੀ ਆ ਵੀ ਡੋਂਟ ਨੋ। First point is that in industrial areas there are no buses to commute for say employees or the visitors, and there are lot of buses lying with municipal corporation which are idle and getting defunct because they are not being used. So anyway ਜਿਹੜੀਆਂ buses municipal corporation ਕੋਲ ਪਈਆਂ ਹੈਗੀਆਂ ਉਹ industrial area ਵਾਸਤੇ ਲਗਾਈਆਂ ਜਾਣ। ਤੇ ਪੀਯੂਸ਼ ਗੋਇਲ ਜੀ ਨੇ ਟਵੀਟ ਕੀਤਾ ਕਿ ਆਪਣਾ ਪੈਕ ਕੀਤਾ ਕਿ ਬਹੁਤ ਅੱਛਾ ਅਸੀਂ ਕੰਮ ਕਰ ਰਹੇ ਹਾਂ, ਬਹੁਤ ਅਸੀਂ ਐਕਸਪੋਰਟ ਕਰ ਰਹੇ ਹਾਂ। ਸਰ ਉਹਦੇ ਵਿੱਚ ਉਹ ਇਹ ਲੁਕਾ ਜਾਂਦੇ ਨੇ ਕਿ ਅਸੀਂ ਇੰਪੋਰਟ ਕਿੰਨਾ ਵਧਾ ਚੁੱਕੇ ਹਾਂ ਔਰ ਇੰਪੋਰਟ ਜਿਹੜਾ ਉਹ ਐਕਸਪੋਰਟ ਤੋਂ ਡਬਲ ਸਪੀਡ ਨਾਲ ਵਧ ਰਿਹਾ ਹੈ। ਦੂਸਰੀ ਗੱਲ ਕਿ ਸਾਡੀ ਜਿਹੜੀ ਇੰਡਸਟਰੀ ਹੈ ਉਹ ਗ੍ਰੀਨ ਇੰਡਸਟਰੀ ਹੈ ਤੇ ਮਿਕਸ ਲੈਂਡ ਯੂਜ਼ ਆਲਰੇਡੀ ਲੱਗੀ ਹੋਈ ਹੈ ਤੇ ਇਸ ਨੂੰ ਅਗਰ ਇਸ ਤੋਂ ਕੱਢਦਾ ਜਾਏ ਵਿੱਚੇ ਲੈਂਦਾ ਜਾਏ ਨਾ ਛੇੜਿਆ ਜਾਏ। ਇੱਥੇ ਆਉਂਗਾ ਔਰ ਤੁਹਾਡੀਆਂ ਗੱਲਾਂ ਸੁਣੂੰਗਾ ਔਰ ਕਿਉਂਕਿ ਇੰਨੀਆਂ ਮਹਾਨ ਹਸਤੀਆਂ ਬੈਠੀਆਂ ਐਡੇ ਚੰਗੇ ਇੰਡਸਟਰੀਲਿਸਟ ਬੈਠੇ ਭੋਗਲ ਸਾਹਿਬ ਸਿੰਗਲ ਸਾਹਿਬ ਮੈਂ ਜਿਨ੍ਹਾਂ ਦਾ ਨਾਮ ਨਹੀਂ ਲੈਂਦਾ ਛੋਟੇ ਨਹੀਂ ਹੈਗੇ ਬਟ ਮੈਂ ਸ਼ਾਇਦ ਨਾਮ ਮਾਗੋ ਸਾਹਿਬ ਇੰਨੇ ਬੈਠੇ ਬਟ ਐਨੀਵੇ ਜੋਕਸ ਅਪਾਰਟ ਦੇਖੋ ਜਿਹੜੇ ਤੁਸੀਂ ਸੁਜੈਸ਼ਨ ਦਿੱਤੇ ਕਮਾਲ ਦੇ ਹੈ ਐਂਡ ਆਈ ਐਮ ਗਲੈਡ ਆਈ ਐਮ ਹੇਅਰ ਕਿਉਂਕਿ ਇਹਦੀਆਂ ਗੱਲਾਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਜਿਹੜੀਆਂ ਹੁਣ ਪਤਾ ਲੱਗੀਆਂ। ਜਿਸ ਤਰ੍ਹਾਂ ਕਿ ਹੁਣੇ ਉਹ ਭਾਈ ਸਾਹਿਬ ਨੇ ਕਿਹਾ ਕਿ ਸਿਰਫ 2 ਡਰਾਈਵਿੰਗ ਸਕੂਲ ਹੈਗੇ ਆ ਮੁਕਤਸਰ ਦੇ ਉੱਥੇ ਉਹ 2 ਦਿਨ ਦਾ ਕੋਰਸ ਹੈ। ਆਈ ਐਮ ਅਸਟੋਨਿਸ਼ਡ। There are so many other points, but ਇਹ ਮੈਨੂੰ ਬੜਾ ਇੰਟਰਸਟਿੰਗ ਜਿਹਾ ਪੁਆਇੰਟ ਲੱਗਿਆ। ਬਟ ਨਾਓ ਲੈਟ ਮੀ ਕਿਉਂਕਿ ਸ਼ੁਕਰ ਹੈ ਕਹਿੰਦੇ ਜੀ ਤੁਸੀਂ ਟਾਈਮ ਤੇ ਪੂਰੇ ਆ ਗਏ ਤਾਂ ਟਾਈਮ ਤੇ ਆਏ ਆ ਤਾਂ ਆ ਦੇਖੋ ਕੀ ਟਾਈਮ ਹੋ ਗਿਆ ਤੇ ਜੇ ਟਾਈਮ ਤੇ ਨਾ ਆਏ ਹੁੰਦੇ ਪੂਜਾ ਸਾਹਿਬ ਤੇ ਕੀ ਹਾਲ ਹੋਣਾ ਸੀ। तो डिनर का भी टाइम हो रहा है। आई विल बी शॉर्ट एंड क्रिस्प। आई विल ट्राई टू आंसर एज मैनी पॉइंट्स पॉसिबल जिहदी मैनू नॉलेज है। जिहदी नहीं नॉलेज है मैं आहूजा साहब नूं राहुल आहूजा जी नूं मैं एक रिक्वेस्ट करूँगा कि मैनू रिटन रिप्रजेंटेशन दो बट इकट्ठी ना दईओ प्लीज़। वो किसी काम की
ਜਿਹੜੀ ਮਿਨਿਸਟਰੀ ਦੀ ਹੈਗੀ ਇੰਡੀਵਿਜੂਅਲ ਦੇ ਦੋ, ਕੋਈ ਨਾ ਆਪਣੇ 10-12 ਲੈਟਰ ਹੈਡ ਲੱਗ ਜਾਣਗੇ, ਉਹ ਠੀਕ ਹੈ। ਇੱਕ ਹੈ ਉਹਦੀਆਂ ਲਾਈਟ ਸਰਵਿਸਿਜ਼ ਦਾ ਪਾਰਕਿੰਗ, ਰੋਡਸ, ਹੋਰ ਸਾਰਾ ਉਹਦਾ ਦੁਬਾਰਾ ਕੰਟਰੈਕਟ ਦੇਣਾ ਪਿਆ ਫॉर ਸਮ ਰੀਜ਼ਨ, ਉਹ ਵੀ ਦੇਤਾ ਹੈ। ਉਹ ਮਤਲਬ ਕਿ ਆਲਰੇਡੀ ਅਵਾਰਡ ਹੋ ਗਿਆ, ਉਹਨੂੰ ਵੀ ਬੰਦੇ ਨੂੰ ਕਿਹਾ ਜਲਦੀ ਕਰ ਦਿਓ। ਪਰ ਇਹ ਹੈ ਕਿ ਜੂਨ ਨਹੀਂ ਜੁਲਾਈ ਹੋ ਜਾਏਗਾ, ਕੁਛ ਹੋ ਜਾਏਗਾ, ਇਹ ਜਲਦੀ ਚਾਲੂ ਹੋ ਜਾਏਗਾ ਦੁਬਾਰਾ 에ਅਰਪੋਰਟ ਆਈ ਅਸ਼ੋਰ ਯੂ। ਇਹ ਦੇਖੋ ਬੜੇ ਸਾਲਾਂ ਦਾ ਰੁਕਿਆ ਸੀਗਾ। ਮੈਂ ਜਾ ਕੇ ਸੀਐਮ ਸਾਹਿਬ ਨੂੰ ਰਿਕੁਐਸਟ ਕੀਤੀ, ਮੈਂ ਸਾਰੇ ਸੈਕਟਰੀਜ਼ ਨੂੰ ਰਿਕੁਐਸਟ ਕੀਤੀ, ਫਾਈਨੈਂਸ ਸੈਕਟਰੀ ਨੂੰ ਰਿਕੁਐਸਟ ਕੀਤੀ, ਕੋਈ ਕਈ ਵਾਰੀ ਫਾਈਨੈਂਸ ਕਹਿ ਦਿੰਦਾ ਸਾਡੇ ਕੋਲ ਪੈਸੇ ਨਹੀਂ। ਮੈਂ ਸੀਏ ਗਲਾਡਾ ਨੂੰ ਰਿਕੁਐਸਟ ਕੀਤੀ। ਅਖੀਰ ਇਹਨਾਂ ਨੇ ਤਾਂ ਕਹਿਤਾ ਸੀਗਾ ਜੀ ਸੈਂਟਰਲ ਗਵਰਨਮੈਂਟ ਬਾਕੀ ਪੈਸੇ ਖਰਚੇ, ਬਟ ਸੈਂਟਰਲ ਗਵਰਨਮੈਂਟ ਦੇ ਜੇ ਭਰੋਸੇ ਰਹਿੰਦੇ ਇਹ ਹੋਰ ਨਹੀਂ ਬਣਨਾ ਸੀ। 5 ਸਾਲ ਇਹ ਵੀ ਸਰਕਾਰ ਨਾਲ ਵੀ ਜਾਣੀ ਸੀ। ਇਹ ਸਟੇਟ ਗਵਰਨਮੈਂਟ ਨੇ ਪੈਸੇ ਰਿਲੀਜ਼ ਕੀਤੇ, 30 ਕਰੋੜ ਫਾਈਨੈਂਸ ਡਿਪਾਰਟਮੈਂਟ ਨੇ ਕੀਤੇ, 20 ਕਰੋੜ ਗਲਾਡਾ ਨੇ ਕੀਤੇ। ਟੋਟਲ ਪਹਿਲਾਂ 52 ਕਰੋੜ ਆਲਰੇਡੀ ਲੱਗ ਚੁੱਕੇ ਸੀਗੇ ਜ਼ਮੀਨ ਤੇ ਹੋਰ, ਸੋ 100-125 ਕਰੋੜ ਰੁਪਇਆ ਇਹ ਪੂਰਾ ਪੰਜਾਬ ਗਵਰਨਮੈਂਟ ਨੇ ਹੀ ਲਗਾਇਆ। ਔਰ ਇਹ ਹੁਣ 에ਅਰਪੋਰਟ ਬਣਨਾ ਹੀ ਬਣਨਾ ਹੈ। ਐਵਰੀਡੇ ਮੋਨੀਟਰ ਕਰਦਾ, ਸੀਐਮ ਸਾਹਿਬ ਮਹੀਨੇ 'ਚ ਇੱਕ ਅੱਧੀ ਵਾਰੀ 2 ਵਾਰੀ ਕਰ ਰਹੇ, ਉਹ ਹੋਰ ਕਰ ਰਹੇ ਆ। ਸੋ ਇਟ ਇਜ਼ ਬੀਇੰਗ ਮੋਨੀਟਰਡ ਐਂਡ ਇਹ ਮੇਰਾ ਡ੍ਰੀਮ ਪ੍ਰੋਜੈਕਟ ਹੈ। ਮੈਂ ਪਹਿਲੇ ਦਿਨ ਤੋਂ ਆ ਕੇ ਮੈਂ ਸਿੰਧੀਆ ਸਾਹਿਬ ਨੂੰ ਮਿਲਿਆ, ਸਿਵਲ ਏਵੀਏਸ਼ਨ ਸੈਕਟਰੀ ਨੂੰ ਮਿਲਿਆ, ਸਾਰਿਆਂ ਨੂੰ ਮਿਲਿਆ, ਐਂਡ ਇਟ ਵਿਲ ਬੀ ਡਨ ਵੈਰੀ ਸੂਨ, ਆਈ ਅਸ਼ੋਰ। ਸਰ ਅੱਜ ਦਾ ਇਹ ਜਿਹੜੀ ਮੀਟਿੰਗ ਹੈ ਆਪਣਾ ਅਪੈਕਸ ਚੈਂਬਰ ਨੇ ਕੀਤੀ ਸੀ ਰਜਨੀਸ਼ ਆਪਣਾ ਹੁਜਾ ਜੀ ਨੇ, ਤੇ ਬਹੁਤ ਹੀ ਅੱਛੀ ਮੀਟਿੰਗ ਹੋਈ। ਜਿਹੜੇ ਐਮਪੀ ਸਾਹਿਬ ਸੀ ਸੰਜੀਵ ਅਰੋੜਾ ਜੀ ਔਰ ਸੰਨੀ, ਉਹ ਚੀਫ ਗੈਸਟ ਸੀਗੇ। ਜੋ ਵੀ ਇੰਡਸਟਰੀ ਦੀ ਪ੍ਰੋਬਲਮ ਸੀਗੀਆਂ ਉਹਨਾਂ ਨੇ ਅੱਛੀ ਤਰ੍ਹਾਂ ਸੁਣੀਆਂ, ਔਰ ਉਹਨਾਂ ਨੇ ਕਿਹਾ ਵੀ ਹਰ ਪ੍ਰੋਬਲਮ ਨੂੰ ਅਲੱਗ-ਅਲੱਗ ਵਿਭਾਗ ਦੇ ਦੁਆਰਾ ਲਿਖਾਂਗੇ, ਤੁਸੀਂ ਲਿਖ ਕੇ ਭੇਜੋ, ਮੈਂ ਸੌਟ ਆਊਟ ਕਰੂੰਗਾ। ਕੁਝ ਮੌਕੇ 'ਤੇ ਅਨਾਊਂਸਮੈਂਟ ਕੀਤੀਆਂ ਵੀ ਜਿਹੜੀਆਂ 100% ਹੋਣਗੀਆਂ, ਜਿਹੜੀਆਂ ਸਟੇਟ ਗੌਰਮੈਂਟ ਲੈਵਲ ਦੀਆਂ ਅਤੇ ਸੈਂਟਰਲ ਗੌਰਮੈਂਟ ਲੈਵਲ ਦੀਆਂ ਮੈਂ ਸੌਟ ਆਊਟ ਕਰਾਊਂਗਾ। ਦੇ ਗੈਟ ਪ੍ਰੋਮਿਸ। ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਮੈਂ ਪਰਮਿੰਦਰ ਸਿੰਘ, ਕੋਚਰ ਇਲੈਕਟ੍ਰੀਕਲ, ਰਵਿੰਦਰ ਇਲੈਕਟ੍ਰੀਕਲ, ਬਾਇਓ ਇੰਜੀਨੀਅਰ ਵਰਗ ਤੇ ਆਲ ਫੋਕਲ ਪੁਆਇੰਟ ਇੰਡਸਟਰੀ ਵੱਲੋਂ ਬੋਲ ਰਹੇ ਹਾਂ। ਅਸੀਂ ਆਪਣਾ ਅੱਜ ਸੰਜੀਵ ਅਰੋੜਾ ਜੀ ਨੂੰ ਬੁਲਾਇਆ ਸੀ। ਜੋ ਵੀ ਆਪਣੀਆਂ ਸਮੱਸਿਆਵਾਂ ਸੀ ਉਹ ਸਾਰੀਆਂ ਦੱਸੀਆਂ, ਲੁਧਿਆਣੇ ਸ਼ਹਿਰ ਦੀਆਂ ਸੜਕਾਂ ਦੀਆਂ, ਇੰਡਸਟਰੀ ਦੀਆਂ। ਅਸੀਂ ਉਹਨਾਂ ਅੱਗੇ ਸਾਰੀ ਸਮੱਸਿਆਵਾਂ ਰੱਖੀਆਂ ਸੀ ਵੀ ਸਾਨੂੰ ਇੰਡਸਟਰੀ ਨੂੰ ਸਾਰੀ ਹੈਲਪ ਕੀਤੀ ਜਾਵੇ। ਹਾਂਜੀ, ਉਹਨਾਂ ਨੇ ਇੱਕ ਗੱਲ ਦਾ ਜਵਾਬ ਸਾਨੂੰ ਬਿਲਕੁਲ ਸਹੀ ਦਿੱਤਾ ਹੈ। ਕੁਝ ਗੱਲਾਂ ਦਾ ਉਹਨਾਂ ਨੇ ਉਸੇ ਟਾਈਮ ਮੌਕੇ 'ਤੇ ਨਿਬੇੜਾ ਕਰਤਾ। ਬਾਕੀ ਕੱਲ੍ਹ ਉਹਨਾਂ ਨੇ ਕਿਹਾ ਵੀ ਜੋ ਵੀ ਅਸੀਂ ਤੁਹਾਡੀਆਂ ਹੈਗੀਆਂ ਕੱਲ੍ਹ ਰੱਖ ਕੇ ਵੱਧ ਤੋਂ ਵੱਧ ਤੁਹਾਨੂੰ 1 ਹਫ਼ਤੇ ਦੇ ਵਿੱਚ ਸਾਰਾ ਦੇ ਦਾਂਗੇ। ਬਾਕੀ ਲੁਧਿਆਣੇ ਦੀ ਸੜਕਾਂ ਦਾ ਅਸੀਂ ਕੀਤਾ ਸੀ ਉਹਨਾਂ ਨੂੰ ਵੀ ਸਾਨੂੰ ਬਹੁਤ ਖਰਾਬੀ ਹੋ ਰਹੀ, ਬਹੁਤ ਦੇਰੀ ਹੋ ਰਹੀ ਹੈ। ਉਹ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਜਲਦੀ ਇਹਦਾ ਹੱਲ ਕਰਵਾ ਕੇ ਲੁਧਿਆਣੇ ਨੂੰ ਵੱਧ ਤੋਂ ਵੱਧ 1 ਮਹੀਨੇ ਦੇ ਵਿੱਚ ਕਲੀਨ ਕਰ ਦਾਂਗੇ। ਜਿਹੜਾ ਫਿਰੋਜ਼ਪੁਰ ਵਾਲੀ ਸੜਕ ਹੈ, ਜਿਹੜੀ ਮੇਨ ਸਾਡੀ ਸਮੱਸਿਆ ਹੈਗੀ ਸੀ, ਜਿਹਦੇ ਟ੍ਰੈਫਿਕ ਲੱਗਦਾ ਸੀ, ਉਹ ਉਹਨਾਂ ਨੇ ਸਾਡੇ ਕੋਲ 2 ਮਹੀਨੇ ਦਾ ਟਾਈਮ ਮੰਗਿਆ। 2 ਮਹੀਨੇ ਦੇ ਵਿੱਚ ਉਹ ਸਾਨੂੰ ਸਾਰਾ ਪੁਲ ਵਗੈਰਾ ਸਭ ਕੁਝ ਕੰਪਲੀਟ ਦੇ ਦੇਣਗੇ ਜੀ। ਹਾਂਜੀ, ਬਿਲਕੁਲ ਭਰੋਸਾ ਹੈ ਜੀ, ਅਸੀਂ ਬਿਲਕੁਲ ਉਹਨਾਂ ਦੇ ਨਾਲ ਹਾਂ। ਬਿਲਕੁਲ ਇੰਡਸਟਰੀ ਦੀਆਂ ਜਿਹੜੀਆਂ ਪ੍ਰੋਬਲਮ ਸੀ ਉਹ ਤਾਂ ਰੱਖੀਆਂ ਗਈਆਂ ਨੇ, ਲੇਕਿਨ ਅਸੀਂ ਰੱਖ ਕੇ ਬੁੱਢੇ ਹੋ ਗਏ ਆ। ਇਹ ਕਦੋਂ ਪੂਰੀਆਂ ਹੋਣਗੀਆਂ ਇਹ ਤਾਂ ਰੱਬ ਹੀ ਜਾਣਦਾ ਹੈ, ਕਿਉਂਕਿ ਹਰ ਗੱਲ ਜਿਹੜੀ ਕਹੀ ਆ ਪੂਰੀ ਨਹੀਂ ਹੁੰਦੀ। ਲੇਕਿਨ ਅਰੋੜਾ ਸਾਹਿਬ ਨੇ ਜੋ ਰਿਸਪਾਂਸ ਦਿੱਤਾ ਬਹੁਤ ਚੰਗਾ ਦਿੱਤਾ ਹੈ। ਇਹ ਹੋ ਸਕਦਾ ਵੀ ਇਹ ਕੁਛ ਗੱਲਾਂ ਮੰਨੀਆਂ ਵੀ ਜਾਣ। ਇਸ ਗੱਲ ਦਾ ਇਹਨਾਂ ਦਾ ਠੀਕ ਹੈ, ਕਿਉਂਕਿ ਇਹ ਲੱਗਦਾ ਹੈ ਵੀ ਇਹਨਾਂ ਦੀਆਂ ਗੱਲਾਂ ਤੋਂ ਇਹੀ ਲੱਗਦਾ ਵੀ ਇਹ ਕੁਛ ਕਰਨ ਲਈ ਤਿਆਰ ਨੇ। ਲੱਗਦਾ ਜੀ ਬੈਨੀਫਿਟ ਇੰਡਸਟਰੀ ਨੂੰ ਦੇ ਕੇ ਜਾਣਗੇ ਜਾਂ ਤੁਹਾਡੀ ਸਮੱਸਿਆ ਸਾਰੀ? ਹਾਂ, ਜੋ ਕੋਈ ਉਹਨਾਂ ਨੇ ਕਿਹਾ ਉਹਦੇ ਮੁਤਾਬਕ ਤਾਂ ਕੋਈ ਦੇ ਕੇ ਜਾਣਗੇ, ਬਹੁਤਾ ਕੋਈ ਨਹੀਂ, ਥੋੜ੍ਹਾ ਤਾਂ ਸ਼ਾਇਦ ਦੇ ਹੀ ਜਾਣ। ਦੇਖੋ, ਅੱਜ ਪੰਜਾਬ ਦੀ ਜਿਹੜੀ ਆ ਲੁਧਿਆਣੇ ਦੀ ਇੰਡਸਟਰੀ ਜਿਹੜੀ ਆ ਉਹ ਜਿੱਦਾਂ ਦੇ ਕ੍ਰਾਈਸਿਸ ਤੋਂ ਨਿਕਲਦੀ ਪਈ ਆ, ਉਹਨਾਂ ਨੇ ਇਹ ਸੋਚ ਕੇ ਵੀ ਅਸੀਂ ਆਪਣੇ ਜਿਹੜੀਆਂ ਪ੍ਰੋਬਲਮਸ ਆ ਉਹਦੇ ਬਾਰੇ ਗੱਲ ਕਰਨੀ ਆ। ਅਤੇ ਸਾਡੇ ਜਿਹੜੇ ਲੁਧਿਆਣੇ ਦੇ ਲੋਕਲ ਇੰਡਸਟਰੀਅਲਿਸਟ ਨੇ ਔਰ ਪੁਰਾਣੇ ਸਾਡੇ ਯਾਰ ਦੋਸਤ ਨੇ, ਸੰਜੀਵ ਅਰੋੜਾ ਜੀ ਜਿਹੜੇ MP ਬਣੇ ਨੇ, ਉਹਨਾਂ ਨਾਲ ਅਸੀਂ ਉਹਨੂੰ ਅੱਜ ਬੁਲਾਇਆ ਸੀ ਵੀ ਤੁਸੀਂ ਸਾਡੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਬਾਰੇ ਸਟੇਟ ਲੈਵਲ 'ਤੇ ਜਾਂ ਨੈਸ਼ਨਲ ਲੈਵਲ 'ਤੇ ਜੋ ਵੀ ਹੈਗੀਆਂ ਉਹਨਾਂ ਦਾ ਨਿਜ਼ਾਦ ਕਰਾਓ, ਔਰ ਉਹਨਾਂ ਦਾ ਕੀ ਹੱਲ ਨਿਕਲ ਸਕਦਾ ਜਾਂ ਸਾਡੀਆਂ ਜਿਹੜੀਆਂ ਪ੍ਰੋਬਲਮ ਉਹਨੂੰ ਤੁਸੀਂ ਕਿੱਦਾਂ ਸੋਲਵ ਕਰਵਾ ਸਕਦੇ ਹੋ, ਉਹਦੇ ਬਾਰੇ ਸਾਰੀ ਗੱਲਬਾਤ ਹੋਈ ਹੈ। ਉਹਦੇ 'ਚ ਹਰ ਤਰ੍ਹਾਂ ਦੀਆਂ ਪ੍ਰੋਬਲਮ ਸੀ, ਚਾਹੇ ਉਹ ਸਾਡੀ ਵਾਟਰ ਲੈਵਲ ਦੇ ਜਿਹੜੀ ਹੈਗੀ ਆ ਪ੍ਰੋਬਲਮ ਆ ਪੋਲਿਊਸ਼ਨ ਡਿਪਾਰਟਮੈਂਟ ਦੀ, ਜਾਂ ਸਾਡੀ ਇੰਡਸਟਰੀ ਦੇ ਵਿੱਚ ਜਿਹੜੀਆਂ ਹੋਰ ਪ੍ਰੋਬਲਮਸ ਨੇ, ਬਿਜਲੀ ਦੀ ਪ੍ਰੋਬਲਮ ਆ,
ਸਾਡੀ ਟਰੈਵਲਿੰਗ ਦੀ ਪ੍ਰੋਬਲਮ ਆ, ਜਿੱਦਾਂ ਪੰਜਾਬ ਤੋਂ ਜਿਹੜੇ ਬੰਦੇ ਦਿੱਲੀ ਜਾਂਦੇ ਆ ਜਾਂ ਸਾਡੇ ਜਿਹੜੇ ਫੋਰਨ ਬਾਹਰ ਆਉਂਦੇ ਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਉਹਨਾਂ ਦੀ ਗੱਲਾਂ ਕੀਤੀਆਂ ਗਈਆਂ ਔਰ ਉਹਨਾਂ ਨੇ ਸਾਨੂੰ ਬਹੁਤ ਵੱਡਾ ਆਸ਼ਵਾਸਨ ਦਿੱਤਾ ਕਿ ਮੈਂ ਤੁਹਾਡੀਆਂ ਗੱਲਾਂ ਜਿਹੜੀਆਂ ਹੈਗੀਆਂ, ਜਿਹੜੀਆਂ ਸਟੇਟ ਲੈਵਲ ਨਾਲ ਹੈਗੀਆਂ, ਉਹ ਮੈਂ ਪੰਜਾਬ ਗੌਰਮੈਂਟ ਨਾਲ ਕਰਾਂਗਾ, ਜਿਹੜੀਆਂ ਸੈਂਟਰ ਦੇ ਨਾਲ ਹੈਗੀਆਂ ਉਹ ਮੈਂ ਜਦੋਂ ਸਾਡਾ ਅਗਲਾ ਮੌਨਸੂਨ ਸੈਸ਼ਨ ਆ ਰਿਹਾ ਪਾਰਲੀਮੈਂਟ ਦਾ, ਉਹਦੇ ਵਿੱਚ ਸਾਰੀਆਂ ਗੱਲਾਂ ਇਹ ਰੱਖਾਂਗਾ ਔਰ ਜਲਦੀ ਤੋਂ ਜਲਦੀ ਇਹਦੀ ਤੁਹਾਡੀ ਨਿਜਾਤ ਦਿਵਾਉਣ ਦੀ ਜਾਂ ਜਿੰਨਾ ਵੀ ਉਹਦਾ ਹੱਲ ਕਰ ਸਕਦੇ ਹੋਵਾਂਗੇ, ਜਿਹੜਾ ਸਰਕਾਰ ਦੇ ਜਾਂ ਸੈਂਟਰ ਸਰਕਾਰ ਦੇ ਜਾਂ ਸਟੇਟ ਸਰਕਾਰ ਦੇ ਹੋਊਗਾ ਹੱਕ ਜੋ ਹੋਊਗਾ ਉਹ ਕਰਵਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਦੇਖੋ, ਇੱਕ ਤਾਂ ਮੈਂ ਐਪਰੀਸ਼ੀਏਟ ਕਰਨਾ ਚਾਹੂੰਗਾ ਸੰਜੀਵ ਜੀ ਦਾ ਐਫਰਟਸ ਤੇ ਐਪੈਕਸ ਚੈਂਬਰ ਆਫ ਕਮਰਸ ਦੇ ਐਫਰਟਸ ਨੂੰ। ਜਦੋਂ ਵੀ ਕਦੇ ਇਹ ਲਾਈਜ਼ਨਿੰਗ ਸਟਰੋਂਗ ਹੁੰਦੀ ਆ ਨਾ, ਕਿਉਂਕਿ ਦੇਖੋ ਇੰਡਸਟਰੀ ਦੀਆਂ ਪ੍ਰੋਬਲਮ ਛੋਟੀਆਂ ਛੋਟੀਆਂ ਬਹੁਤ ਹੁੰਦੀਆਂ ਨੇ, ਜਦੋਂ ਕਦੇ ਵੀ ਅਸੀਂ ਲੋਕ ਰਲ ਮਿਲ ਕੇ ਉਸ ਇਸ਼ੂਜ਼ ਨੂੰ ਗਵਰਨਮੈਂਟ ਸਟੇਟ ਲੈਵਲ ਤੇ ਚਾਹੇ ਸੈਂਟਰਲ ਗਵਰਨਮੈਂਟ ਤੱਕ ਰੇਜ਼ ਕਰਦੇ ਆ, ਅਲਟੀਮੇਟਲੀ ਉਹਦੇ ਸੋਲੂਸ਼ਨਸ ਆਉਂਦੇ ਆ। ਔਰ ਇਹ ਬੜਾ ਵਧੀਆ ਪਲੇਟਫਾਰਮ ਸੀਗਾ। ਅੱਜ ਐਪੈਕਸ ਚੈਂਬਰ ਅਹੂਜਾ ਜੀ ਨੇ ਸਾਰਾ ਇਨੀਸ਼ੀਏਟਿਵ ਕੀਤਾ ਐਂਡ ਪਲਾਨਡ ਫॉर ਦਿਸ ਇਵੈਂਟ, ਤੇ ਇਹ ਬੇਸਿਕਲੀ ਨਾ ਇੱਕ ਬ੍ਰਿਜ ਦਾ ਰੋਲ ਪਲੇ ਕਰਦਾ ਇੰਡਸਟਰੀ ਦਾ ਤੇ ਗਵਰਨਮੈਂਟ ਦਾ। ਦੇਖੋ ਪ੍ਰੈਕਟੀਕਲ ਗਰਾਊਂਡ ਲੈਵਲ ਤੇ ਇੰਡਸਟਰੀਅਲਿਸਟ ਜੋ ਵੀ ਪ੍ਰੋਬਲਮ ਫੇਸ ਕਰਦੇ ਆ, ਜਦੋਂ ਉਹ ਆਪਣੇ ਐਡਮਿਨਿਸਟ੍ਰੇਸ਼ਨ ਤੱਕ ਜਾਂ ਗਵਰਨਮੈਂਟ ਤੱਕ ਲੈ ਕੇ ਜਾਣਗੇ, ਗਵਰਨਮੈਂਟ ਉਹਦੇ ਸੋਲੂਸ਼ਨਸ 'ਤੇ ਕੰਮ ਕਰੇਗੀ। ਜਦੋਂ ਗਵਰਨਮੈਂਟ ਉਹਦੇ ਸੋਲੂਸ਼ਨਸ ਲੈ ਕੇ ਆਏਗੀ, ਅਲਟੀਮੇਟਲੀ ਇੱਕ ਚੰਗਾ ਇਨਵਾਇਰਨਮੈਂਟ ਡਿਵੈਲਪ ਹੋਏਗਾ। ਸੋ ਆਈ ਐਮ ਥੈਂਕਫੁਲ ਟੂ ਐਪੈਕਸ ਚੈਂਬਰ ਆਫ ਕਮਰਸ ਐਂਡ ਅਹੂਜਾ ਸਾਹਿਬ, ਰਾਹੁਲ ਜੀ, ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਕਿ ਇਸ ਗੈਪ ਨੂੰ ਖਤਮ ਕਰਨ ਦੇ ਲਈ ਇਹ ਪਲੇਟਫਾਰਮ ਤਿਆਰ ਕੀਤਾ। ਸਰ ਐਕਚੁਅਲੀ ਅੱਜ ਸਾਡੀ ਮੀਟਿੰਗ ਸੀ ਆਪਣੇ ਸੰਜੀਵ ਅਰੋੜਾ ਜੀ ਜਿਹੜਾ MP ਰਾਜ ਸਭਾ ਹੈ ਜੀ, ਤੇ ਸਾਡੇ ਜਿਹੜੇ ਮੁੱਦੇ ਸੀ, ਅਸੀਂ ਮੈਂ ਈਸਟਮੈਂਟ ਕਾਸਟ ਐਂਡ ਫੋਰਸ ਤੋਂ ਆਈ ਨਰਿੰਦਰ ਮੋਹਨ, ਤੇ ਸਾਡੀ ਫੈਕਟਰੀ 'ਚ ਕੀ ਹੈ, ਸੀਵਰੇਜ ਦੀ ਉੱਥੇ ਨਾ ਢਡਾਰੀ ਤੋਂ ਅੱਗੇ ਸੀਵਰੇਜ ਦਾ ਲਾਈਨ ਨਹੀਂ ਪਈ ਜੀ ਹੋਈ, ਲੇਕਿਨ ਅਸੀਂ ਸੀਵਰੇਜ ਦਾ ਬਿੱਲ ਹਰ ਸਾਲ ਦੇ ਰਹੇ ਹਾਂ, ਪਾਣੀ ਦਾ ਪ੍ਰੋਪਰਟੀ ਟੈਕਸ ਦੇ ਰਹੇ ਹਾਂ। ਜਦੋਂ ਅਸੀਂ ਕਾਰਪੋਰੇਸ਼ਨ ਨਾਲ ਗੱਲ ਕਰਦੇ ਤਾਂ ਕਹਿੰਦੇ ਯਾਰ ਤੁਸੀਂ ਕੋਈ ਨਹੀਂ ਦਿਖਦੇ ਜੀ। ਅਸੀਂ ਜੇ ਤੁਸੀਂ ਸਾਨੂੰ ਸੀਵਰੇਜ ਲਾਈਨ ਦਿਓ, ਸਾਨੂੰ ਕੋਈ ਸਹੂਲਤਾਂ ਦਿਓ, ਤਾਂ ਅਦਰਵਾਈਜ਼ ਸਾਡੇ ਕੋਲ ਨਾ ਤੁਸੀਂ ਪ੍ਰੋਪਰਟੀ ਟੈਕਸ ਨਾਲ ਲਵੋ ਜਾਂ ਸੀਵਰੇਜ ਲਾਈਨ। ਸਾਡਾ ਇੱਕੋ ਇਸ਼ੂ, ਸਾਨੂੰ ਅਸੀਂ ਇਹ ਨਹੀਂ ਕਹਿੰਦੇ ਨਾ ਸਾਡੇ ਕੋਲ ਚਾਰਜਰ ਕਰੋ, ਅਸੀਂ ਕਹਿੰਦੇ ਸਾਨੂੰ ਸੀਵਰੇਜ ਦੀ ਪਾਈਪਲਾਈਨ ਪਾ ਦਿਓ, ਸਾਰੀ ਇੰਡਸਟਰੀ ਲਈ ਵਧੀਆ ਰਹੂਗੀ। ਢਡਾਰੀ ਤੋਂ ਲੈ ਕੇ ਸਾਹਨੇਵਾਲ ਤੋਂ ਪਹਿਲੇ ਤੱਕ ਕਿਸੇ ਵੀ ਇੰਡਸਟਰੀ ਕੋਈ ਸੀਵਰੇਜ ਲਾਈਨ ਨਹੀਂ, ਸਾਰੀ ਇੰਡਸਟਰੀ ਸਫਰ ਕਰ ਰਹੀ ਹੈ। ਤੇ ਉਹਨਾਂ ਨੇ ਕਿਹਾ ਕੋਈ ਤੁਹਾਡਾ ਮਸਲਾ ਅਸੀਂ ਦੇਖਦੇ ਹਾਂ, ਅਸੀਂ ਜੇ ਤੁਹਾਡੇ ਕੋਲ ਤੁਹਾਡੀ ਅਰੋੜਾ ਸਾਹਿਬ ਨੇ ਕਿਹਾ ਜੇ ਤੁਸੀਂ ਸੀਵਰੇਜ ਦਾ ਬਿੱਲ ਦੇ ਰਹੇ ਹੋ, ਤੁਸੀਂ ਆਪਣਾ ਪ੍ਰੋਪਰਟੀ ਟੈਕਸ ਦੇ ਰਹੇ ਹੋ, ਫਿਰ ਕਿਉਂ ਇਸ ਤਰ੍ਹਾਂ ਕਰ ਰਹੀ ਹੈ ਕਾਰਪੋਰੇਸ਼ਨ ਜੀ? ਫਿਰ ਜਾਂ ਤਾਂ ਉਹਨਾਂ ਨੇ ਇੱਕ ਚੀਜ਼ ਲੈਣੀ ਚਾਹੀਦੀ, ਜਦ ਬਿੱਲ ਨਾ ਲੈਣ ਅਤੇ ਜਾਂ ਤੁਹਾਨੂੰ ਸੀਵਰੇਜ ਪਾਈਪਲਾਈਨ ਪਾ ਕੇ ਦੇਣ ਜੀ। ਉਹ ਮੈਨੂੰ ਲੱਗਦਾ ਕਿ ਅਰੋੜਾ ਸਾਹਿਬ ਸਾਡਾ ਇਹ ਕੰਮ ਮਸਲਾ ਹੱਲ ਕਰ ਦੇਣਗੇ ਜੀ। ਸਿਟੀ ਹੋਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਜੇਸ਼ ਮਹਿਰਾ। ਅਪੈਕਸ ਚੈਂਬਰ ਆਫ ਇੰਡਸਟਰੀਜ਼ ਐਂਡ ਕਮਰਸ ਨੇ ਉਪਰਾਲਾ ਕੀਤਾ ਕਿ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਜਿਹੜੀ ਸਮੱਸਿਆਵਾਂ ਆ ਰਹੀਆਂ ਉਹਦਾ ਕਿਸ ਤਰ੍ਹਾਂ ਹੱਲ ਨਿਕਲੇ। ਅੱਜ ਉਹਨਾਂ ਨੇ ਹੋਟਲ ਦੇ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਬੁਲਾਈ ਇੰਡਸਟਰੀਜ਼ ਦੀ, ਔਰ ਉਹਦੇ ਵਿੱਚ ਖਾਸ ਤੌਰ ਤੇ ਲੁਧਿਆਣਾ ਦੇ ਰਾਜ ਸਭਾ ਦੇ ਮੈਂਬਰ ਬਣੇ ਨੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜੀ ਨੂੰ। ਉਹਨਾਂ ਨੂੰ ਬੁਲਾਇਆ, ਉਹਨਾਂ ਨਾਲ ਰੂਬਰੂ ਕਰਾਇਆ, ਇੰਡਸਟਰੀਜ਼ ਨੂੰ ਗੱਲ ਕਰ ਲੈਂਦੇ ਹਾਂ। ਅਪੈਕਸ ਚੈਂਬਰ ਆਫ ਇੰਡਸਟਰੀ ਦੇ ਪ੍ਰਧਾਨ ਰਜੀਸ਼ ਅਹੂਜਾ ਜੀ, ਜਿਨ੍ਹਾਂ ਨੇ ਇਹ ਬੀੜਾ ਉਠਾਇਆ ਕਿ ਲੁਧਿਆਣਾ ਦੀ ਇੰਡਸਟਰੀ ਦੀ ਜਿਹੜੀਆਂ ਸਮੱਸਿਆਵਾਂ ਔਰ ਸ਼ਹਿਰ ਦੀ ਜਿਹੜੀ ਸਮੱਸਿਆਵਾਂ ਉਹ ਕਿੱਦਾਂ ਹੱਲ ਕੀਤੀਆਂ ਜਾਣ ਤੇ ਕਿੱਦਾਂ ਸਰਕਾਰ ਤੱਕ ਪਹੁੰਚਾਈਏ ਜਾਣ। ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਅਹੂਜਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਅਹੂਜਾ ਜੀ, ਆਮ ਤੌਰ ਤੇ ਤੁਸੀਂ ਹਮੇਸ਼ਾ ਹੀ ਇੰਨੇ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ, ਇੰਡਸਟਰੀ ਦੀਆਂ ਸਮੱਸਿਆਵਾਂ ਤੁਸੀਂ ਹਮੇਸ਼ਾ ਉਠਾਉਂਦੇ ਆ ਰਹੇ ਹੋ, ਚਾਹੇ ਕੋਈ ਵੀ ਸਰਕਾਰ ਹੋਵੇ। ਲੇਕਿਨ ਅੱਜ ਦੀ ਮੀਟਿੰਗ ਮੈਨੂੰ ਲੱਗ ਰਿਹਾ, ਮੈਂ ਇੰਡਸਟਰੀਸਟਾਂ ਨਾਲ ਗੱਲ ਵੀ ਕੀਤੀ ਆ, ਉਹ ਬਹੁਤ ਇੱਕ ਉਮੀਦ ਦੀ ਕਿਰਨ ਉਹਨਾਂ ਨੂੰ ਜਾਗੀ ਹੈ ਕਿ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ, ਸਮੇਂ-ਸਮੇਂ ਦੀਆਂ ਸਰਕਾਰਾਂ ਰਹੀਆਂ, ਉਹਨਾਂ ਨੇ ਵਾਅਦੇ ਬਹੁਤ ਕੀਤੇ ਆ, ਪਰ ਉਹ ਵਾਅਦਿਆਂ 'ਤੇ ਖਰੇ ਨਹੀਂ ਉਤਰੀਆਂ। ਹੁਣ ਲੱਗਦਾ ਤੁਹਾਨੂੰ ਕਿ ਜਿਸ ਤਰੀਕੇ ਨਾਲ ਇੱਕ ਤੁਹਾਡੇ ਲੁਧਿਆਣੇ ਦਾ ਨੁਮਾਇੰਦਾ, ਇੰਡਸਟਰੀਜ਼ ਦਾ ਨੁਮਾਇੰਦਾ, ਇੱਕ ਰਾਜ ਸਭਾ ਦੇ ਮੈਂਬਰ ਬਣੇ ਨੇ, ਔਰ ਉਹ ਖਾਸ ਤੌਰ ਤੇ ਇੱਕ ਸਾਲ ਦੇ ਵਿੱਚ ਕਾਫੀ ਕੁਛ ਉਹਨਾਂ ਨੇ ਲੁਧਿਆਣਾ ਵਾਸਤੇ ਵੀ ਕੀਤਾ, ਤੇ ਬਾਕੀ ਇੰਡਸਟਰੀਆਂ ਦੀਆਂ ਉਮੀਦਾਂ ਖਰੀਆਂ ਉਤਰਨਗੀਆਂ। ਪਹਿਲੀ ਗੱਲ ਤਾਂ ਉਮੀਦਾਂ ਬਹੁਤ ਖਰੀਆਂ ਉਤਰਨਗੀਆਂ। ਤੁਸੀਂ ਨੋਟ ਕੀਤਾ ਹੋਣਾ ਜਿੰਨੇ ਵੀ ਪੁਆਇੰਟ ਦਿੱਤੇ ਗਏ, ਔਰ ਹਰ ਪੁਆਇੰਟ ਨੂੰ ਅਰੋੜਾ ਸਾਹਿਬ ਨੇ ਪਹਿਲਾਂ ਤੱਕ ਜਾਣਦੇ ਸੀ, ਕਿਉਂਕਿ ਹਰ ਡਿਪਾਰਟਮੈਂਟ 'ਚ ਮਿਲ ਚੁੱਕੇ ਨੇ, ਹਰ ਡਿਪਾਰਟਮੈਂਟ ਨੂੰ ਜਾ ਕੇ ਦੱਸ ਚੁੱਕੇ ਨੇ ਉਹਨਾਂ ਦੀ ਕੀ ਪ੍ਰੋਗਰੈਸ ਹੈ। ਲੁਧਿਆਣਾ ਨੂੰ ਖਾਸ ਕਰ ਬਹੁਤ ਅਪਗ੍ਰੇਡ ਕਰਨ ਵਾਸਤੇ, ਵਾਕਈ ਸਮਾਰਟ ਸਿਟੀ ਬਣਾਉਣ ਵਾਸਤੇ, ਲੁਧਿਆਣਾ ਸਮਾਰਟ ਸਿਟੀ ਬਣਾਉਣ ਵਾਸਤੇ ਲੱਗੇ ਹੋਏ ਨੇ। ਔਰ ਤੁਸੀਂ ਦੇਖੋ ਨਾ, ਉਹਨਾਂ ਨੇ ਕਿਸ ਤਰ੍ਹਾਂ ਦੱਸਿਆ ਕਿ ਏਅਰਪੋਰਟ ਵੀ ਤਿਆਰ ਹੋ ਰਿਹਾ ਔਰ ਲੁਧਿਆਣਾ ਰੇਲਵੇ ਸਟੇਸ਼ਨ ਬਣ ਰਿਹਾ, ਇਹ ਵੀ ਏਅਰਪੋਰਟ ਮੁਤਾਬਿਕ ਹੀ ਬਣ ਰਿਹਾ।
ਔਰ 500 ਕਰੋੜ ਰੁਪਏ ਦੀ ਇਨਵੈਸਟਮੈਂਟ ਹੋ ਰਹੀ ਹੈ। ਬਾਕੀ ਜਿਹੜੀ ਇੰਡਸਟਰੀ ਸ਼ਹਿਰ ਦੀ, ਮੈਨੂੰ ਖੁਸ਼ੀ ਹੈ ਕਿ ਸਾਰੇ ਸ਼ਹਿਰ ਦੇ ਅੱਛੇ ਸਟਾਲਵਰਟਸ ਇੰਡਸਟਰੀ ਦੇ ਔਰ ਰਿਪਰੈਜ਼ੈਂਟੇਟਿਵ ਇੰਡਸਟਰੀ ਦੇ ਸਾਰੇ ਆਏ ਹੋਏ ਸੀਗੇ। ਸਾਰਿਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਔਰ ਮਜ਼ੇਦਾਰ ਗੱਲ ਹੈ ਜਿੰਨੇ ਵੀ ਪੁਆਇੰਟ ਲਿਖੇ ਅਰੋੜਾ ਸਾਹਿਬ ਨੇ ਇੱਕ ਇੱਕ ਪੁਆਇੰਟ ਨੋਟ ਕੀਤਾ। ਕੁਝ ਰਿਟਰਨ ਦਿੱਤੇ ਗਏ, ਕੁਝ ਉਹਨਾਂ ਨੇ ਜਦੋਂ ਬੋਲੇ ਉਹਨਾਂ ਨੇ ਨੋਟ ਕੀਤੇ। ਨੋਟ ਕਰਕੇ 75% ਐਸੇ ਜਵਾਬ ਸੀ ਜਿਹੜੇ ਕਿ ਉਹ ਜਵਾਬ ਦੇ ਚੁੱਕੇ। ਜਿਸ ਤਰ੍ਹਾਂ ਪਾਣੀ ਦੇ ਬਿੱਲਾਂ ਦਾ ਮਸਲਾ ਸੀਗਾ, ਪਾਣੀ ਦੇ ਚਾਰजेस ਦਾ, ਉਹ ਵੀ ਉਹਨਾਂ ਨੇ ਕਹਿਤਾ ਰੀਵਰਕ ਹੋ ਰਹੇ ਨੇ। ਬਿਜਲੀ ਦੇ ਜਿਹੜੇ ਕੰਮ ਨੇ ਉਹ ਵੀ ਹੋ ਰਹੇ ਨੇ। PSPCL ਦਾ ਜਿਹੜਾ OTS ਸਕੀਮ ਹੈ ਉਹ ਵੀ ਆਲਰੇਡੀ ਆ ਰਿਹਾ, ਇਸ ਹਫ਼ਤੇ 'ਚ ਆ ਜਾਏਗਾ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਏਅਰਪੋਰਟ ਦਾ ਉਹਨਾਂ ਨੇ ਕਿਹਾ ਜੂਨ ਤੱਕ ਨਹੀਂ ਹੈ ਤਿਆਰ, ਜਾਂ ਜੁਲਾਈ ਤੱਕ ਜ਼ਰੂਰ ਤਿਆਰ ਹੋ ਜਾਏਗਾ। ਪਰ ਜੋ ਮੇਨ ਚੀਜ਼ ਹੈਗੀ ਹੈ ਜਿਹੜਾ ਹਾਈਵੇ ਦਾ ਬਣ ਰਿਹਾ, ਐਲੀਵੇਟਡ ਰੋਡ ਬਣ ਰਹੀ ਹੈ, ਉਹ ਵੀ ਉਹਨਾਂ ਨੇ ਕੰਮ ਕਰਵਾਇਆ। ਤੁਸੀਂ ਦੇਖੋ ਨਾ ਭਾਰਤ ਨਗਰ ਚੌਕ ਤੋਂ ਲੈ ਕੇ ਚੀਮਾ ਚੌਕ ਸਮਰਾਲਾ ਚੌਕ ਤੱਕ ਜਿਹੜਾ ਇਹ ਹਾਈਵੇ ਦਾ ਹੀ ਪਾਰਟ ਸੀ ਔਰ ਉਹਨਾਂ ਨੇ ਕਿੰਨੇ ਅੱਛੇ ਜੁਆਇੰਟ ਲਗਾ ਕੇ ਔਰ ਉਹਨਾਂ ਨੇ ਸਾਰੀ ਸੜਕ ਦੁਬਾਰਾ ਰੀਕਾਰਪੇਟਿੰਗ ਕਰ ਦਿੱਤੀ। ਅੱਜ ਮਜ਼ਾ ਆ ਜਾਂਦਾ, ਕੋਈ ਖੱਡਾ ਨਹੀਂ। ਕਾਰਪੋਰੇਸ਼ਨ ਬਣਾਉਂਦਾ ਸੜਕਾਂ, ਉਹਨਾਂ ਨਾਲ ਪਤਾ ਨਹੀਂ ਕਈ ਦਰਜੇ ਚੰਗੀਆਂ ਸੜਕਾਂ ਬਣਾਈਆਂ ਔਰ ਉਹ ਦੇਖਣ ਚੱਲਣ 'ਤੇ ਹੀ ਪਤਾ ਲੱਗਦਾ ਹੈਗਾ। ਇਹਨਾਂ ਦੀ ਕਾਰਪੋਰੇਸ਼ਨ ਦੀ ਸੜਕ ਹੁੰਦੀ ਹੈ, ਪਤਾ ਨਹੀਂ ਲੱਗਦਾ ਕਿੱਥੋਂ ਟੁੱਟ ਗਈ ਦੁਬਾਰਾ। ਸੋ ਇਹਨਾਂ ਦਾ ਮੇਨ ਚੀਜ਼ ਹੈਗੀ ਹੈ ਕਿ ਸੰਜੀਵ ਅਰੋੜਾ ਜੀ ਨੂੰ ਨੌਲੇਜ ਸੀ ਔਰ ਦਿਲੋਂ ਕੰਮ ਕਰ ਰਹੇ ਨੇ ਔਰ ਹਰ ਡਿਪਾਰਟਮੈਂਟ ਨੂੰ, ਸੈਂਟਰਲ ਦੀ ਗਵਰਨਮੈਂਟ ਦੇ ਮਹਿਕਮਿਆਂ ਨੂੰ ਸਾਰਿਆਂ ਨੂੰ ਮਿਲ ਚੁੱਕੇ ਨੇ। ਜਿੰਨੀਆਂ ਚੀਜ਼ਾਂ ਪਤਾ ਲੱਗਦੀਆਂ ਗਈਆਂ, ਕੁਛ ਉੱਥੋਂ ਇਨਫੋਰਮੇਸ਼ਨ ਇਹਨਾਂ ਨੂੰ ਮਿਲੀ, ਕੁਛ ਇੱਥੋਂ ਦੀ ਇਨਪੁਟ ਮਿਲੇ ਔਰ ਸਾਰੇ ਡਿਸਕਸ ਕਰ ਰਹੇ ਨੇ ਔਰ ਸਾਡੇ ਕੋਲ ਅੱਜ ਬਹੁਤ ਸਾਰੇ ਪੁਆਇੰਟ ਲੈ ਕੇ ਗਏ ਨੇ। ਉਮੀਦ ਹੈ ਇਹ ਮਹੀਨੇ 2 ਮਹੀਨੇ ਦੇ ਵਿੱਚ ਸਾਰੇ ਜਾ ਕੇ ਦੁਬਾਰਾ ਡਿਸਕਸ ਕਰਕੇ ਔਰ ਫਿਰ ਅਸੀਂ ਇਹਨਾਂ ਨਾਲ ਮੀਟਿੰਗ ਕਰਾਂਗੇ ਜਿਸ ਦਿਨ ਕਹਿਣਗੇ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ। ਸਾਨੂੰ ਉਮੀਦ ਹੈ ਕਿ ਸਾਰੇ ਰਿਜ਼ਲਟ ਲੈ ਕੇ ਆਉਣਗੇ ਔਰ ਪੰਜਾਬ ਦੇ ਜਿਹੜੀ ਇੰਡਸਟਰੀ ਹੈ, ਖਾਸ ਕਰ ਲੁਧਿਆਣਾ ਦੀ ਇੰਡਸਟਰੀ ਨੂੰ ਬਚਾਉਣਗੇ। ਕੋਈ 2-3 ਚੀਜ਼ਾਂ ਦਿੱਤੀਆਂ ਨੇ ਅਸੀਂ, PSIC ਦਾ OTS ਹੈ ਉਹ ਦੱਸ ਰਹੇ ਨੇ ਵੀ OTS ਆ ਰਿਹਾ। ਹੁਣ ਦੇਖੋ ਕਿਸ ਤਰ੍ਹਾਂ ਦਾ ਆਉਂਦਾ। ਔਰ ਇੱਕ ਚੀਜ਼ ਇਹਨਾਂ ਨੂੰ ਮੈਂ ਕਹੀਏ ਕਿ ਬਹੁਤ ਸਾਲ ਪਹਿਲਾਂ ਪੰਜਾਬ ਹਰ ਚੀਜ਼ ਨੂੰ ਲੀਡ ਕਰਦਾ ਸੀ। ਹੁਣ ਸਾਡੇ ਅਫਸਰ ਕਹਿਣ ਲੱਗੇ ਕਿਸੇ ਹੋਰ ਸਟੇਟ ਨੇ ਕੀਤਾ ਤਾਂ ਅਸੀਂ ਕਰਾਂਗੇ। ਨਹੀਂ, ਪੰਜਾਬ ਨੂੰ ਅਸੀਂ ਵਾਪਸ ਉਸੇ ਪਹਿਲੇ ਨੰਬਰ 'ਤੇ ਲਿਆਉਣਾ, ਨੰਬਰ 1 'ਤੇ ਲਿਆਉਣਾ, ਤਾਂ ਹੀ ਪੰਜਾਬ ਲੀਡ ਕਰੇਗਾ। ਆਉਣ ਵਾਲਾ ਉਮੀਦ ਉੱਥੇ ਗੱਲ ਇਹ ਵੀ ਚੱਲੀ ਸੀਗੀ, ਅਰੋੜਾ ਸਾਹਿਬ ਨੇ ਕਿਹਾ ਵੀ ਕੁਝ ਗੱਲਾਂ ਜਿਹੜੀਆਂ ਕੋਰਟ ਦੇ ਅਧੀਨ ਹੈ, ਸੁਪਰੀਮ ਕੋਰਟ ਦੀ ਗੱਲ ਚੱਲੀ ਸੀ। ਉਹ ਕਹਿੰਦੇ ਤੁਸੀਂ ਐਡਵੋਕੇਟ ਕਰੋ, ਪਟੀਸ਼ਨ ਡਾਲੋ ਤਾਂ ਹੀ ਤੁਹਾਨੂੰ ਫਾਇਦਾ ਹੋ ਸਕਦਾ। ਹੁਣ ਫੋਕਲ ਪੁਆਇੰਟ ਦੀ ਵੀ ਗੱਲ ਚੱਲੀ ਹੈ, ਫੋਕਲ ਪੁਆਇੰਟ ਇਨਫਰਾਸਟ੍ਰਕਚਰ ਦੀ ਗੱਲ ਚੱਲੀ ਹੈ ਕਿ ਸਮਝਦੇ ਹੋ ਵੀ ਇਸ ਤਰੀਕੇ ਜਿੱਦਾਂ ਉਹਨਾਂ ਨੇ ਰਾਹ ਦਿਖਾਈ ਹੈ ਉਹ ਰਾਹ 'ਤੇ ਚੱਲੋਗੇ ਜਾਂ ਜਿੱਥੋਂ ਤੱਕ ਫੋਕਲ ਪੁਆਇੰਟ ਦੀ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਹੈ, ਇਹਨਾਂ ਨੇ ਪੈਸਾ ਫੰਡਸ ਰਿਲੀਜ਼ ਕਰਾਤੇ ਨੇ ਔਰ ਸੜਕਾਂ ਬਣਨੀਆਂ ਸਾਰੀਆਂ ਸ਼ੁਰੂ ਹੋ ਗਈਆਂ ਨੇ। ਥੋੜ੍ਹਾ ਜਿਹਾ ਕੰਮ ਇਹ ਹੋ ਗਿਆ ਵੀ ਅੱਗੇ ਹੁੰਦਾ ਸੀ 2-3 ਠੇਕੇਦਾਰ ਆਉਂਦੇ ਸੀ, ਹੁਣ ਸਾਰੇ ਠੇਕੇ ਜਿਹੜੇ ਨਾ ਇੱਕ ਬੰਦਾ ਹੀ ਲੈ ਗਿਆ। ਉਹ ਹਰ ਪਾਸੇ ਥੋੜ੍ਹਾ ਜਿਹਾ ਦੇਰ ਲੱਗ ਰਹੀ ਹੈ। ਸੜਕਾਂ ਨੋ ਡਾਊਟ ਬਣ ਜਾਣਗੀਆਂ। ਬਾਕੀ ਇਹ ਸੁਪਰੀਮ ਕੋਰਟ ਦੀ ਗੱਲ ਕੀਤੀ ਹੈਗੀ ਹੈ, ਅਗਰ ਸਾਡਾ OTS ਆ ਜਾਂਦਾ ਤਾਂ ਸਾਨੂੰ ਸੁਪਰੀਮ ਕੋਰਟ ਦੀ ਇੰਤਜ਼ਾਰ ਕਰਨ ਦੀ ਲੋੜ ਹੀ ਨਹੀਂ ਹੈਗੀ। ਉਮੀਦ ਹੈ ਵੀ OTS ਚੱਲਦਾ। ਹਾਂ, OTS ਇਹਨਾਂ ਨੇ ਕਿਹਾ ਹੈਗਾ, OTS ਕੁਝ ਬਣ ਰਿਹਾ ਹੈਗਾ, ਕੁਝ ਦੁਬਾਰਾ ਇਹਨਾਂ ਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਦਾ OTS ਚਾਹੀਦਾ। ਕੋਈ OTS ਬੇਕਾਰ ਨਾ ਬਣਾ ਦੇ, ਜਿਵੇਂ ਚੰਨੀ ਸਰਕਾਰ ਨੇ ਲਿਆਂਦਾ। ਉਹ OTS ਲਿਆਂਦਾ ਤਾਂ ਹੈਗਾ ਲੇਕਿਨ ਉਹਨੂੰ ਬੇਕਾਰ ਕਰਤਾ ਕੁਝ ਸ਼ਰਤਾਂ ਜਿਹਾ ਲਾ ਕੇ। ਇਸ ਕਰਕੇ ਹੁਣ ਅਸੀਂ ਇਹਨਾਂ ਨਾਲ ਮਿਲਾਂਗੇ ਔਰ OTS ਦੇ ਵਿੱਚ ਜਿਹੜਾ ਪ੍ਰੋਪਰ ਜਿਹੜਾ ਫਾਇਦੇਮੰਦ ਹੋਵੇ ਔਰ ਵਾਂਸ ਫਾਰ ਆਲ ਹੋ ਜਾਵੇ ਤੇ ਸੁਪਰੀਮ ਕੋਰਟ ਦੀ ਲੋੜ ਨਹੀਂ ਪੈਣੀ ਔਰ OTS ਨਾਲ ਸਾਰੀ ਇੰਡਸਟਰੀ ਦੁਬਾਰਾ ਖੁਸ਼ ਹੋ ਜਾਏਗੀ। ਕਿੰਨੀ ਇੰਡਸਟਰੀ ਨੂੰ ਫਾਇਦਾ ਹੋਏਗਾ ਤੁਸੀਂ ਸਮਝਦੇ ਹੋ? ਦੇਖੋ ਜੀ, ਟੋਟਲ ਇੰਡਸਟਰੀ ਪੰਜਾਬ ਦੇ ਵਿੱਚ 1500 ਅਫੈਕਟਡ ਸੀਗੀ ਹੈ ਅਤੇ ਜਿਹਦੇ 'ਚੋਂ ਅੱਜ 700 ਇੰਡਸਟਰੀ ਰਹਿ ਗਈ ਹੈ ਜਿਹੜੇ ਕਿ ਬਿਲਕੁਲ ਹੀ ਨਹੀਂ ਦੇ ਸਕੇ, ਜਿਨ੍ਹਾਂ ਨੂੰ OTS ਚਾਹੀਦਾ। ਔਰ ਜੇ ਲੈ ਆਉਣਗੇ ਤਾਂ 700 ਇੰਡਸਟਰੀ, ਖਾਸ ਕਰ ਲੁਧਿਆਣੇ ਵਿੱਚੋਂ ਟੋਟਲ ਲੁਧਿਆਣੇ ਦੀ ਉਹ 500 ਇੰਡਸਟਰੀ ਜਿਹੜੀ ਉਹ ਬਚ ਜਾਏਗੀ। ਤੇ ਜਿਹੜਾ ਮਿਕਸ ਲੈਂਡ ਯੂਜ਼ ਦੀ ਗੱਲ ਕੀਤੀ ਸੀ ਵੀ ਜਿਹੜੀ ਸਾਡੀ ਛੋਟੀ ਇੰਡਸਟਰੀ ਉੱਥੇ ਰਹਿੰਦੇ ਉਹਦੇ ਬਾਰੇ ਉਹਨਾਂ ਨੇ ਕੀ? ਐਕਚੁਅਲੀ ਇੱਕ ਬੜਾ ਕੰਬਰਸਮ ਜਿਹਾ ਹੈਗਾ। ਕਈ ਲੋਕਾਂ ਦਾ ਵਿਊ ਹੈਗਾ ਕਿ ਛੋਟੀ ਜਗ੍ਹਾ ਤੋਂ ਬਾਹਰ ਨਿਕਲਣਗੇ ਤਾਂ ਤਰੱਕੀ ਕਰਨਗੇ। ਕਈਆਂ ਦਾ ਹੈਗਾ ਉਸੇ ਜਗ੍ਹਾ 'ਤੇ ਰਹਿਣਾ, ਤਰੱਕੀ ਕਰ ਨਹੀਂ ਸਕਦੇ ਉਹ, ਕਿਉਂਕਿ ਉੱਪਰ ਘਰ ਹੈ ਨੀਚੇ ਕਾਰੋਬਾਰ ਹੈ। ਔਰ ਅਗਰ ਇੰਡਸਟਰੀ ਸਰਕਾਰ ਕਹਿੰਦੀ ਹੈ ਦੂਰ ਜਾਣਾ ਪੋਸੀਬਲ ਨਹੀਂ। ਅਗਰ ਨੇੜੇ ਤੇੜੇ ਜਿਵੇਂ ਗਿੱਲਾਂ ਦੇ ਕੋਲ ਇਸ ਤਰ੍ਹਾਂ ਦੀ ਕੋਈ ਜਗ੍ਹਾ ਲੈ ਦੇਣ, ਉਹ ਸਾਰੀ ਇੰਡਸਟਰੀ ਜਿਹੜੀ ਮਿਕਸ ਲੈਂਡ ਵਾਲੀ ਉਹ ਚਲੀ ਜਾਵੇ। ਉਹ ਜਿੱਥੇ ਅੱਜ 100 ਗਜ ਬੈਠੇ ਨੇ ਉੱਥੇ ਉਹਨਾਂ ਨੂੰ 500 ਗਜ ਮਿਲ ਜਾਣਗੇ ਔਰ ਇੰਡਸਟਰੀ ਦੀ ਤਰੱਕੀ ਕਰਨਗੇ। ਲੇਕਿਨ ਗੌਰਮੈਂਟ ਵੀ ਥੋੜ੍ਹਾ ਜਿਹਾ ਦੇਖ ਕੇ ਚੱਲੇ ਵੀ ਜਿਹੜੀ ਪੋਸੀਬਿਲਿਟੀ ਹੈਗੀਆਂ ਨੇ ਨਾ ਬਾਹਰ ਕੱਢਣ ਦੀਆਂ, ਉਹ ਥੋੜ੍ਹਾ ਜਿਹਾ ਪ੍ਰੈਕਟੀਕਲ ਨਹੀਂ ਗੌਰਮੈਂਟ ਦੀ ਪ੍ਰਪੋਜ਼ਲ ਆਉਂਦੀ ਵੀ। ਪ੍ਰੈਕਟੀਕਲ ਪ੍ਰਪੋਜ਼ਲ ਆ ਜਾਵੇ ਤਾਂ ਇੰਡਸਟਰੀ ਜਿਹੜੀ ਮਿਕਸ ਲੈਂਡ ਦੀ ਸਾਨੂੰ ਲੋੜ ਨਹੀਂ ਪੈਣੀ, ਉਹ ਪਰ ਇੰਡਸਟਰੀ ਤਰੱਕੀ ਕਰੇਗੀ।
ਕੀ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਪਹਿਲਾਂ ਵੀ ਤੁਸੀਂ ਬਹੁਤ ਹਰ ਸਰਕਾਰ ਨਾਲ ਵਾਅਦਾ ਕੀਤਾ ਸੀ, ਮੀਟਿੰਗਾਂ ਵੀ ਕੀਤੀਆਂ, ਹੁਣ ਲੱਗਦਾ ਤੁਹਾਨੂੰ ਆਮ ਆਦਮੀ ਸਰਕਾਰ ਆ ਗਈ ਆ, ਉਹਨਾਂ ਨੂੰ ਤੁਸੀਂ ਪਹਿਲਾਂ ਵੀ ਆਪਣੀਆਂ ਇੰਡਸਟਰੀ ਪ੍ਰੋਬਲਮ ਦੱਸੀਆਂ ਸੀ ਤੇ ਹੁਣ ਤੁਹਾਡੇ ਲੁਧਿਆਣੇ ਦੇ ਵੀ ਇੱਕ MP ਬਣ ਚੁੱਕੇ ਨੇ ਰਾਜ ਸਭਾ ਦੀ, ਉਹ ਕਹਿੰਦੇ ਮੈਂ ਵਾਅਦਾ ਕੀਤਾ ਬਹੁਤ ਕਰੂੰਗਾ। ਇਹ ਉਮੀਦਾਂ ਵਾਕਈ ਆਉਣ ਵਾਲੇ 4 ਸਾਲਾਂ ਦੇ ਵਿੱਚ ਹੋ ਜਾਣਗੀਆਂ ਪੂਰੀਆਂ ਕਿ ਜਾਂ ਫਿਰ ਇਹ ਵੀ ਵਾਅਦੇ ਰਹਿ ਜਾਣਗੇ? ਦੇਖੋ ਜੀ, ਸਰਕਾਰਾਂ ਦੀ ਗੱਲ ਨਹੀਂ ਕਰਦਾ ਮੈਂ। ਅੱਜ ਸੰਜੀਵ ਅਰੋੜਾ ਜੀ ਆਏ ਨੇ, ਜੋ ਉਹਨਾਂ ਦਾ ਨੌਲੇਜ ਹੈ, ਜੋ ਉਹਨਾਂ ਦਾ ਦਿਲੋਂ ਹੈਗਾ, ਉਹ ਕਰਨਾ ਚਾਹੁੰਦੇ ਨੇ। ਮਾਨ ਸਾਹਿਬ ਵੀ ਕਰਨਾ ਚਾਹੁੰਦੇ ਨੇ, ਲੇਕਿਨ ਮਾਨ ਸਾਹਿਬ ਨੂੰ ਕਈ ਹੋਰ ਰੁਝੇਵਿਆਂ 'ਚ ਹੈਗੇ ਨੇ। ਔਰ ਜੋ ਸੰਜੀਵ ਅਰੋੜਾ ਜੀ ਅੱਜ ਸਮਝ ਗਏ ਨੇ, ਇਹ ਜਾ ਕੇ ਮਾਨ ਸਾਹਿਬ ਨੂੰ ਸਮਝਾ ਕੇ ਸਾਰਾ ਦੱਸਣਗੇ, ਐਕਸਪਲੇਨ ਕਰਨਗੇ ਕੀ ਲੋੜ ਹੈ, ਔਰ ਬਹੁਤ ਜਲਦੀ ਕਰਵਾ ਲੈਣਗੇ। ਸਰਕਾਰ ਦੀ ਗੱਲ ਨਹੀਂ ਹੈਗੀ, ਲੇਕਿਨ ਸਾਨੂੰ ਸੰਜੀਵ ਅਰੋੜਾ ਜੀ ਕੋਲੋਂ ਬਹੁਤ ਜ਼ਿਆਦਾ ਉਮੀਦ ਹੈ, ਕਿਉਂਕਿ ਨੌਲੇਜ ਵੀ ਹੈਗਾ ਔਰ ਪੁਆਇੰਟ ਨੂੰ ਸਮਝ ਗਏ ਨੇ ਔਰ ਜ਼ਰੂਰਤ ਵੀ ਹੈਗੀ ਹੈ। ਲੱਗਦਾ ਲਾਅ ਐਂਡ ਆਰਡਰ ਦੀ ਸਾਰੇ ਇੰਡਸਟਰੀਜ਼ਾਂ ਨੇ ਗੱਲ ਕੀਤੀ ਵੀ ਲਾਅ ਐਂਡ ਆਰਡਰ ਸਹੀ ਹੋਊਗਾ ਤਾਂ ਹੀ ਬਾਹਰਲੀ ਇੰਡਸਟਰੀ ਵੀ ਵੱਡੀ ਇੱਥੇ ਆ ਸਕਦੀ ਹੈ। ਜੇ ਲਾਅ ਐਂਡ ਆਰਡਰ ਸਹੀ ਨਹੀਂ ਹੋਏਗਾ ਤਾਂ ਜਿਹੜੀ ਛੋਟੀ ਇੰਡਸਟਰੀ ਆ, ਜਿੱਦਾਂ ਉਹਨਾਂ ਨੇ ਦੱਸਿਆ, ਕੋਈ ਪੈਸੇ ਖੋਲ ਲੈਂਦੇ ਆ ਜਾਂ ਵੱਡਾ ਵਪਾਰੀ ਜੋ ਵੀ ਹੈ ਇੱਥੇ ਆਂਦਾ ਪੈਸਾ ਲੈ ਕੇ, ਉਹ ਇੱਥੇ ਖਰੀਦ ਫਰੋਖਤ ਨਹੀਂ ਕਰ ਸਕਦਾ ਤੇ ਇੰਡਸਟਰੀ ਪਿੱਛੇ ਜਾ ਰਹੀ ਹੈ, ਸੇਲ ਨਹੀਂ ਹੋ ਰਹੀ। ਤੇ ਇਹਦੀ ਸਮੱਸਿਆ ਕੀ ਲਾਅ ਐਂਡ ਆਰਡਰ ਵਾਕਈ ਠੀਕ ਹੈ, ਇਹਦੇ ਠੀਕ ਹੋਣ ਦੀ ਜ਼ਰੂਰਤ ਹੈਗੀ ਹੈ? ਦੇਖੋ, ਲਾਅ ਐਂਡ ਆਰਡਰ ਕੁਛ ਪੋਲੀਟੀਕਲੀ, ਕੁਛ ਫਾਰਨ ਦੀ ਦਖਲਅੰਦਾਜ਼ੀ, ਉਸ ਕਰਕੇ ਹੁਣ ਅੰਮ੍ਰਿਤਪਾਲ ਸਿੰਘ ਵਾਲਾ ਜਿਹੜਾ ਮਸਲਾ ਆਇਆ, ਲੇਕਿਨ ਦੇਖਿਆ ਜਾਵੇ ਤਾਂ ਸਰਕਾਰ ਨੇ, ਸੈਂਟਰਲ ਗਵਰਨਮੈਂਟ ਨੇ ਮਿਲ ਕੇ ਤੇ ਸੈਂਟਰ ਸਟੇਟ ਨੇ ਬਹੁਤ ਅੱਛੀ ਤਰ੍ਹਾਂ ਸੁਲਝਾ ਰਿਹਾ। ਅੱਜ ਜਿਹੜਾ ਮਸਲਾ ਲੱਗਦਾ ਸੀਗਾ ਬਹੁਤ ਜ਼ਿਆਦਾ ਫਲੇਅਰ ਅਪ ਹੋਏਗਾ, ਉਹ ਕਾਫੀ ਤੱਕ ਰੁਕ ਗਿਆ। ਇਸ ਕਰਕੇ ਇੰਡਸਟਰੀ ਜਿਹੜਾ ਘਬਰਾਹਟ ਸੀ, ਹੁਣ ਘਬਰਾਹਟ ਘਟ ਗਈ ਹੈ। ਕਿਉਂਕਿ ਆਮ ਤੌਰ 'ਤੇ ਇੰਡਸਟਰੀ ਸਮਝਦੀ ਸੀ ਵੀ ਹੁਣ ਮਾਹੌਲ ਪੰਜਾਬ ਦਾ ਖਰਾਬ ਹੋ ਗਿਆ, ਕੋਈ ਨਵੀਂ ਇੰਡਸਟਰੀ ਆਉਣ ਨੂੰ ਤਿਆਰ ਨਹੀਂ, ਜਦਕਿ ਸਰਕਾਰ ਕਹਿੰਦੀ ਹੈ ਵੀ ਨਵੀਂ ਇੰਡਸਟਰੀ, ਕੋਈ ਸੀਮੈਂਟ ਲਗਾਉਂਦੇ ਆ ਜਾਂਦੇ ਆ, ਐਗਜ਼ੀਬਿਸ਼ਨ ਕਰਦੇ ਆ ਵੀ ਨਵੀਂ ਇੰਡਸਟਰੀ ਆਵੇ। ਇਹ ਮਾਹੌਲ ਖਰਾਬ ਨਾਲ ਕੋਈ ਵੀ ਇੰਡਸਟਰੀ ਹਾਲੇ ਤੱਕ ਆਈ ਨਹੀਂ ਰਹੀ ਔਰ ਪੁਰਾਣੀ ਇੰਡਸਟਰੀ ਜਿਹੜੀ ਐਗਜ਼ਿਸਟ ਕਰ ਰਹੀ ਹੈ ਉਹ ਵੀ ਘਬਰਾ ਰਹੀ ਹੈ। ਦੇਖੋ, ਜਿਹੜੀ ਪੁਰਾਣੀ ਇੰਡਸਟਰੀ ਹੈ ਉਹਨਾਂ ਦਾ, ਜਿਵੇਂ ਅੱਜ ਅਰੋੜਾ ਸਾਹਿਬ ਨੇ ਦੱਸਿਆ, ਦੋ ਤਿੰਨ ਕੁਝ ਪੁਆਇੰਟ ਹੈਗੇ ਨੇ, ਅਗਰ ਇਹ ਹੱਲ ਕਰਾ ਦਿੰਦੇ ਨੇ, ਇਹ 'ਚ ਕੋਈ ਛੋਟੇ ਜਿਹੇ ਮਸਲੇ ਨੇ, ਕੋਈ ਹੱਲ ਕਰਨ ਵਾਲੇ ਕੋਈ ਨੀਅਤ ਬਣ ਜਾਏਗੀ ਔਰ ਅਫਸਰਾਂ ਦੀ ਸਟਾਰ ਲਗਾਉਣ ਦੀ ਆਦਤ ਘਟ ਜਾਏਗੀ ਤੇ ਇਹ ਖਤਮ ਹੋ ਜਾਏਗਾ। ਔਰ MSME ਅਗਰ ਐਗਜ਼ਿਸਟਿੰਗ ਇੰਡਸਟਰੀ ਦੁਬਾਰਾ ਫਲਰਿਸ਼ ਕਰ ਜਾਂਦੀ ਹੈ ਤਾਂ ਬਾਹਰਲੇ ਬੰਦੇ ਭੱਜੇ ਆਉਣਗੇ, ਐਸੀ ਕੋਈ ਗੱਲ ਨਹੀਂ। ਪੰਜਾਬ ਹਮੇਸ਼ਾ ਮਿਹਨਤੀ ਲੋਕਾਂ ਦਾ। ਲੱਗਦਾ ਤੁਹਾਨੂੰ ਜਿੱਦਾਂ ਮੈਨਚੈਸਟਰ ਆਫ ਇੰਡੀਆ ਲੁਧਿਆਣਾ ਜਿਹੜਾ ਕਹਿਲਾਇਆ ਜਾਂਦਾ, ਉਹ ਵਾਕਈ ਦੁਬਾਰਾ ਬਣ ਸਕਦਾ? ਬਿਲਕੁਲ ਬਣ ਸਕਦਾ ਹੈ। ਜੋ ਅਰੋੜਾ ਸਾਹਿਬ ਨੂੰ ਅੱਜ ਪੁਆਇੰਟ ਦਿੱਤੇ ਗਏ ਨੇ, ਇਹ ਅੱਜ ਇਹ ਹੱਲ ਕਰਾ ਦਿੰਦੇ ਨੇ, ਜੋ ਜਿਨ੍ਹਾਂ ਤੇ ਪੁਆਇੰਟਾਂ ਦਾ ਇਹਨਾਂ ਨੇ ਭਰੋਸਾ ਦਵਾਇਆ, ਔਰ ਹੱਲ ਕਰਵਾਉਣ ਵਾਸਤੇ ਕੋਈ ਮੁਸ਼ਕਲ ਨਹੀਂ ਹੈਗੀ। ਅਗਰ ਇਹ ਹੱਲ ਹੋ ਗਿਆ ਤੇ ਦੁਬਾਰਾ ਮੈਨਚੈਸਟਰ ਬਣ ਜਾਏਗਾ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਅਪੈਕਸ ਚੈਂਬਰ ਆਫ ਇੰਡਸਟਰੀ ਦੇ ਪ੍ਰੈਜ਼ੀਡੈਂਟ ਰਜਨੀਸ਼ ਊਜਾ ਜੀ, ਜਿਨ੍ਹਾਂ ਨੇ ਕਿਹਾ ਵੀ ਜਿੰਨੇ ਵੀ ਸਮੱਸਿਆਵਾਂ ਅੱਜ ਇੰਡਸਟਰੀਸਟਾਂ ਨੇ ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ ਜੀ ਨੂੰ ਦਿੱਤੀਆਂ, ਅਗਰ ਉਹ ਹੱਲ ਕਰਾ ਦਿੰਦੇ ਆ, ਕਾਫੀ ਹੱਦ ਤੱਕ ਉਹਨਾਂ ਨੇ 1 ਸਾਲ ਦੇ ਅੰਦਰ ਹੱਲ ਵੀ ਕਰਾਈਆਂ ਔਰ ਲੁਧਿਆਣਾ ਸ਼ਹਿਰ ਲਈ ਵੀ ਸੋਚਿਆ ਵੀ ਆ, 에ਅਰਪੋਰਟ ਵੀ ਸੋਚਿਆ ਨਵਾਂ ਆਏਗਾ ਔਰ ਨਵਾਂ ਬਣ ਰਿਹਾ, ਔਰ ਲੁਧਿਆਣੇ ਦਾ ਰੇਲਵੇ ਸਟੇਸ਼ਨ ਵੀ ਬਹੁਤ ਜਲਦੀ ਮੋਡੀਫਾਈ ਹੋਣ ਜਾ ਰਿਹਾ, ਔਰ ਹੋਰ ਵੀ ਬੜੇ ਇੰਡਸਟਰੀ ਸੀ ਜਿਹੜੇ ਸਮੱਸਿਆ ਉਹਨਾਂ ਨੇ ਅੱਜ ਹੱਲ ਕੀਤੀਆਂ ਔਰ ਕੁਝ ਮੌਕੇ 'ਤੇ ਕੀਤੀਆਂ ਔਰ ਦੱਸਿਆ ਗਿਆ ਕਿ ਅਕਤੂਬਰ ਤੋਂ ਪਹਿਲਾਂ ਵੀ ਹੱਲ ਹੋ ਜਾਣਗੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੱਲ ਕਰਾਂਗੇ। ਪਰ ਦੇਖਣਾ ਹੋਏਗਾ ਕਿ ਸਰਕਾਰਾਂ ਦੀਆਂ ਨੀਤੀਆਂ ਦੀਆਂ ਕਰਨ ਦੇ ਵਿੱਚ ਫਰਕ ਹੈ ਕਿ ਨਹੀਂ। ਲੇਕਿਨ ਲੱਗਦਾ ਵੀ ਅੱਜ ਸੰਜੀਵ ਅਰੋੜਾ, ਜਿਨ੍ਹਾਂ ਨੂੰ ਅੱਜ ਖਿਤਾਬ ਦਿੱਤਾ ਗਿਆ ਇੰਡਸਟਰੀਜ਼ ਵੱਲੋਂ ਲੁਧਿਆਣੇ ਦੀ ਆਨ ਬਾਨ ਤੇ ਸ਼ਾਨ, ਮੈਨੂੰ ਲੱਗਦਾ ਇਸ ਆਨ ਬਾਨ ਸ਼ਾਨ ਤੇ ਖਰਾ ਉਤਰਨਗੇ ਔਰ ਲੁਧਿਆਣੇ ਦੀ ਇੰਡਸਟਰੀ ਨੂੰ ਦੁਬਾਰਾ ਜਿਹੜਾ ਇੰਡੀਆ ਦੇ ਵਿੱਚ ਮੈਨਚੈਸਟਰ ਆਫ ਇੰਡੀਆ ਕਹਿਲਾਉਣ ਵਾਲਾ ਲੁਧਿਆਣਾ ਬਣੇਗਾ। ਕੈਮਰਾਮੈਨ ਵਿਕਾਸ ਦੇ ਨਾਲ ਰਾਜੇਸ਼ ਮਹਿਰਾ, ਸਿਟੀ ਨਿਊਜ਼ ਲੁਧਿਆਣਾ।